ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਾਨੂੰਨਾਂ ਵਿੱਚ ਬਦਲਾਅ। ਦੋਸਤੋ, ਲੰਘੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਦੇ ਵਿੱਚ ਜਿਹੜਾ ਹੈਗਾ ਤਿੰਨ ਲੋਕ ਜਿਹੜੇ ਹੈਗੇ ਨੇ ਬਿੱਲ ਪਾਸ ਕੀਤੇ ਨੇ, ਜੋ ਕਿ ਤਿੰਨ ਪੁਰਾਣੇ ਕਾਨੂੰਨ ਜਿਹੜੇ ਬਣੇ ਹੋਏ ਨੇ ਉਹਨਾਂ 'ਚ ਬਦਲਾਅ ਦੀ ਮੰਗ ਕਰ ਰਹੇ ਨੇ। ਅਤੇ ਜਿੱਥੇ ਇਹਨਾਂ ਦੀ ਦੇਸ਼ ਭਰ ਦੇ ਵਿੱਚ ਸ਼ਲਾਘਾ ਹੋ ਰਹੀ ਹੈ ਤਾਂ ਉੱਥੇ ਹੀ ਵਿਰੋਧਤਾ ਵੀ ਹੋ ਰਹੀ ਹੈ। ਤਾਂ ਕੁਝ ਵਿਅਕਤੀਆਂ ਵੱਲੋਂ ਇਸ ਨੂੰ ਹਲੇ ਕਨਫਿਊਜ਼ਨ ਦੱਸੀ ਜਾ ਰਹੀ ਹੈ, ਕਿਉਂਕਿ ਹਲੇ ਤੱਕ ਇਹਨਾਂ ਬਾਰੇ ਕੁਝ ਵੀ ਸਥਿਤੀ ਸਪਸ਼ਟ ਨਹੀਂ ਹੋ ਸਕੀ ਵੀ ਕਿ ਕੀ ਹੈ, ਇਹਦੇ ਵਿੱਚ ਕੀ ਬਦਲਾਅ ਹੋ ਰਹੇ ਨੇ, ਕਿਵੇਂ ਕੀ ਹੋ ਰਿਹਾ। ਜੇ ਸਭ ਤੋਂ ਵੱਡੀ ਗੱਲ ਕਰੀਏ ਤਾਂ ਪਹਿਲਾਂ ਤਾਂ ਅਮਿਤ ਸ਼ਾਹ ਦਾ ਦਾਅਵਾ ਹੈ ਵੀ ਕਿ ਜਿਹੜੇ ਬਰਤਾਨਵੀ ਬਸਤੀਵਾਦੀ ਯੁੱਗ ਦੇ ਕਾਨੂੰਨ ਬਣੇ ਹੋਏ ਨੇ, ਚਾਹੇ ਉਹ IPC ਹੈ, ਇੰਡੀਅਨ ਪੈਨਲ ਕੋਡ ਹੈ, ਸਾਡਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ CRPC ਹੈ, ਜਾਂ ਇੰਡੀਅਨ ਐਵੀਡੈਂਸ ਐਕਟ ਹੈ, ਇਹਨਾਂ ਨੂੰ ਜਿਹੜਾ ਹੈਗਾ ਬਦਲਣ ਲਈ ਉਹਨਾਂ ਨੇ ਤਿੰਨ ਕਾਨੂੰਨ ਜਿਹੜੇ ਨੇ ਪੇਸ਼ ਕੀਤੇ ਨੇ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਹੈਗਾ ਦੇਸ਼ ਧਰੋਹ ਦਾ ਜਿਹੜਾ ਕਾਨੂੰਨ ਹੈ ਉਹ ਖ਼ਤਮ ਕਰਨ ਦੀ ਜਿਹੜਾ ਹੈਗਾ ਸਿਫਾਰਿਸ਼ ਕੀਤੀ ਹੈ। ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਦੇਸ਼ ਧਰੋਹ ਦਾ ਕਾਨੂੰਨ ਹੈ ਜਿਹੜਾ ਹੈਗਾ ਹੁਣ ਖ਼ਤਮ ਹੋ ਜਾਏਗਾ। ਇਹ ਉਹਨਾਂ ਨੇ ਗੱਲਬਾਤ ਕੀਤੀ ਹੈ। ਪਰ ਦੋਸਤੋ, ਇਸ ਦੇ ਨਾਲ ਹੀ ਜਿਹੜਾ ਹੈਗਾ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ, ਕਈ ਚੀਜ਼ਾਂ ਵੀ ਨਿਕਲ ਕੇ ਆ ਰਹੀਆਂ ਨੇ, ਕਿਉਂਕਿ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਇਹ ਤਿੰਨ ਬਿੱਲ ਪੇਸ਼ ਕਰਨ ਦੀ ਗੱਲ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਨੇ ਕਈ ਹੋਰ ਚੀਜ਼ਾਂ ਵੀ ਜਿਹੜਾ ਹੈਗਾ ਅਮੈਂਡਮੈਂਟ ਦੀ ਗੱਲ ਕੀਤੀ ਹੈ ਵੀ ਕਿ ਬਦਲਾਅ ਕੀਤਾ ਜਾ ਰਿਹਾ। ਜੇ ਸਭ ਤੋਂ ਪਹਿਲਾਂ ਤਾਂ ਦੇਖੀਏ ਦੇਸ਼ ਧਰੋਹ ਦੇ ਕਾਨੂੰਨ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਤਿੰਨਾਂ ਕਾਨੂੰਨਾਂ ਦੀ ਗੱਲ ਕਰ ਲਈਏ ਜਿਸ 'ਚ IPC ਵੀ ਆਉਂਦੀ ਹੈ, CRPC ਵੀ ਆਉਂਦੀ ਹੈ, ਇੰਡੀਅਨ ਐਵੀਡੈਂਸ ਐਕਟ ਵੀ ਆਉਂਦਾ। ਉਹਨਾਂ ਨੂੰ ਦੇਖੀਏ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਕਿ ਇਸ ਬਦਲਾਅ ਦੇ ਨਾਲ ਜਿਹੜਾ ਹੈਗਾ, ਇਸ ਅਮੈਂਡਮੈਂਟ ਦੇ ਨਾਲ ਜਿਹੜਾ ਹੈਗਾ, ਇਹ ਤਿੰਨੋਂ ਇੱਕ ਤਰ੍ਹਾਂ ਦੇ ਵੀ ਕਿ ਤਿੰਨਾਂ ਦੇ ਨਾਮ ਵੀ ਬਦਲ ਦਿੱਤੇ ਜਾਣਗੇ, ਜੋ ਕਿ ਇੰਡੀਅਨ ਪੈਨਲ ਕੋਡ IPC ਜਿਸ ਨੂੰ ਕਿਹਾ ਜਾਂਦਾ, ਉਹਦਾ ਨਾਮ ਭਾਰਤੀ ਨਿਆਂ ਸੰਹਿਤਾ ਬਿੱਲ 2023 ਰੱਖਿਆ ਜਾਵੇਗਾ। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ CRPC, ਉਹਦਾ ਨਾਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਿੱਲ, ਅਤੇ ਤੀਜਾ ਇੰਡੀਅਨ ਐਵੀਡੈਂਸ ਐਕਟ ਦਾ ਨਾਮ ਵੀ ਬਦਲ ਕੇ ਭਾਰਤੀ ਸਾਕਸ਼ੀਆ ਸਬੂਤ ਬਿੱਲ ਜਿਹੜਾ ਹੈਗਾ 2023 ਰੱਖ ਦਿੱਤਾ ਜਾਵੇਗਾ। ਅਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੇ ਦੇਸ਼ ਧਰੋਹ ਦੇ ਕਾਨੂੰਨ ਦੀ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਵੀ ਗੱਲ ਕੀਤੀ ਹੈ। ਅਤੇ ਉਹਨਾਂ ਨੇ ਨਾਲ ਹੀ ਜਿਹੜਾ ਹੈਗਾ ਹੋਰ ਵੀ ਕਈ ਗੱਲਾਂ ਕਰੀਆਂ। ਜੇ ਦੇਖੀਏ ਤਾਂ ਉਹਨਾਂ ਨੇ ਲੀਚਿੰਗ, ਭੀੜ ਭਾੜ ਵੱਲੋਂ ਜਿਹੜੇ ਕੁੱਟਮਾਰ ਕਰਕੇ ਹੱਤਿਆ ਹੋ ਜਾਂਦੀ ਹੈ ਜਾਂ ਹੋਰ ਇਹੋ ਜਿਹੀ ਘਟਨਾਵਾਂ ਵਾਪਰ ਜਾਂਦੀਆਂ ਨੇ, ਉਹ 'ਚ ਸਜ਼ਾ ਵਧਾਉਣ ਦੀ ਵੀ ਮੰਗ ਕੀਤੀ ਹੈ ਵੀ ਕਿ ਇਸ ਦੀ ਸਜ਼ਾ ਜਿਹੜੀ ਹੈਗੀ 7 ਸਾਲ, ਘੱਟੋ ਘੱਟ 7 ਸਾਲ ਜਾਂ ਵੱਧੋ ਵੱਧ ਉਮਰ ਕੈਦ ਜਾਂ ਮੌਤ ਤੱਕ ਦੀ ਸਜ਼ਾ ਦੇਣ ਦੀ ਜਿਹੜਾ ਹੈਗਾ ਇਸ 'ਚ ਪ੍ਰਬੰਧ ਕੀਤਾ ਗਿਆ ਇਸ ਅਮੈਂਡਮੈਂਟ ਤੋਂ ਬਾਅਦ। ਇਸ ਦੇ ਨਾਲ ਹੀ ਜਿਹੜਾ ਹੈਗਾ ਨਾਬਾਲਗਾ ਨਾਲ ਜਬਰ ਜਨਾਹ ਦੇ ਮਾਮਲੇ 'ਚ ਵੱਧ ਤੋਂ ਵੱਧ ਮੌਤ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ। ਇਹ ਇੱਕ ਵਧੀਆ ਗੱਲ ਵੀ ਹੈ, ਕਿਉਂਕਿ ਜਿਹੋ ਜਿਹੀ ਔਰਤਾਂ ਨਾਲ ਜਾਂ ਸਾਡੀ ਧੀਆਂ ਭੈਣਾਂ ਲੜਕੀਆਂ ਨਾਲ ਇਹੋ ਜਿਹੀ ਘਟਨਾਵਾਂ ਵਾਪਰ ਰਹੀਆਂ ਤਾਂ ਉੱਥੇ ਸਖਤ ਤੋਂ ਸਖਤ ਸਜ਼ਾ ਦੇਣੀ ਬਣਦੀ ਹੈ। ਉੱਥੇ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ 20 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਇਹ ਜਿਹੜਾ ਹੈਗਾ ਇਸ 'ਚ ਅਮੈਂਡਮੈਂਟ ਦੀ ਗੱਲ ਕੀਤੀ ਹੈ। ਅਤੇ ਉੱਥੇ ਹੀ ਇਹ ਵੀ ਗੱਲ ਹੈ ਵੀ ਕਿ ਜਿਹੜੇ ਨਵੇਂ ਕਾਨੂੰਨ ਬਣਾਏ ਜਾ ਰਹੇ ਨੇ, ਇਹਨਾਂ 'ਚ ਜਿਹੜੇ ਭਗੌੜੇ ਮੁਲਜ਼ਮ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਮੁਕੱਦਮਾ ਚਲਾਉਣ 'ਤੇ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਗਿਆ। ਇਹ ਨਵੇਂ ਕਾਨੂੰਨਾਂ ਦੇ ਵਿੱਚ ਜਿਹੜਾ ਹੈਗਾ ਕੀਤਾ ਗਿਆ। ਪਰ ਇਸ ਨੂੰ ਬਿੱਲ ਨੂੰ ਜਿਹੜਾ ਹੈਗਾ ਚਰਚਾ ਤੋਂ ਬਾਅਦ ਤਿੰਨੋਂ ਬਿੱਲਾਂ ਨੂੰ ਜਿਹੜਾ ਹੈਗਾ ਗ੍ਰਹਿ ਮਾਮਲਿਆਂ ਬਾਰੇ ਜਿਹੜੀ ਸੰਸਦੀ ਸਟੈਂਡਿੰਗ ਕਮੇਟੀ ਹੈ ਉਸ ਕੋਲ ਭੇਜ ਦਿੱਤਾ ਗਿਆ। ਪਰ ਦੋਸਤੋ, ਜੇ ਹੁਣ ਦੇਖੀਏ ਤਾਂ ਹੁਣ ਇਸ ਤੋਂ ਕਈ ਸਵਾਲ ਜਿਹੜੇ ਨੇ ਖੜ੍ਹੇ ਹੁੰਦੇ ਨੇ ਵੀ ਕਿ ਇਹ ਤਾਂ ਠੀਕ ਹੈ, IPC ਦੀ ਗੱਲ, CRPC ਦੀ ਕਰ ਲਓ, ਇੰਡੀਅਨ ਐਵੀਡੈਂਸ ਐਕਟ ਦੀ ਕਰ ਲਈ, ਠੀਕ ਹੈ ਜੀ। ਪਹਿਲਾਂ ਤਾਂ ਦੇਖਣ ਵਾਲੀ ਗੱਲ ਹੈ ਵੀ ਕਿ ਇਹਨਾਂ 'ਚ ਇੰਨਾ ਬਦਲਾਅ ਕਰਨ ਦੀ ਕੀ ਲੋੜ ਸੀ ਕਿ ਇਹਨਾਂ ਦੇ ਨਾਮ ਤੱਕ ਬਦਲ ਦਿੱਤੇ ਗਏ। ਇਹੋ ਜਿਹਾ ਕੀ ਕਾਰਨ ਸੀ, ਕੀ ਇਸ ਦੇ ਪਿੱਛੇ ਰਹਿ ਰਿਹਾ। ਅਮੈਂਡਮੈਂਟਾਂ ਅੱਗੇ ਵੀ ਹੁੰਦੀਆਂ ਰਹੀਆਂ ਸਮੇਂ ਸਮੇਂ 'ਤੇ ਇਹਨਾਂ ਕਾਨੂੰਨਾਂ ਦੇ ਵਿੱਚ, ਇਹਨਾਂ ਐਕਟਾਂ ਦੇ ਵਿੱਚ, ਤਾਂ ਉੱਥੇ ਨਾਮ ਨਹੀਂ ਬਦਲਦੇ ਹੁੰਦੇ ਸੀ। ਪਰ ਹੁਣ ਜਿਹੜੇ ਨਾਮ ਹੀ ਬਦਲ ਦਿੱਤੇ ਤਾਂ ਉਹ ਕੋਈ ਨਾ ਕੋਈ ਜਿਹੜਾ ਹੈਗਾ ਸ਼ੱਕ ਦੀ ਸੂਈ ਕਹਿ ਲਓ ਜਾਂ ਕੋਈ ਗੱਲ ਜਿਹੜਾ ਹੈਗਾ ਸਭ ਦੇ ਸਾਹਮਣੇ ਰੱਖਦੇ ਨੇ। ਪਰ ਉੱਥੇ ਹੀ ਜੇ ਗੱਲ ਕਰੀਏ ਦੇਸ਼ ਧਰੋਹ ਦਾ ਕਾਨੂੰਨ ਜਿਹੜਾ ਖ਼ਤਮ ਕਰਨ ਦੀ, ਤਾਂ ਉਹ ਹਲੇ ਵੀ ਬੜਾ ਕਲੀਅਰ ਨਹੀਂ ਹੋ ਰਿਹਾ ਵੀ ਕਿ ਉਸ ਦੇ ਵਿੱਚ ਕੀ ਹੈ। ਕਿਉਂਕਿ ਪਹਿਲਾਂ ਤਾਂ ਦੱਸ ਦਈਏ ਕਿ ਦੇਸ਼ ਧਰੋਹ ਦਾ ਕਾਨੂੰਨ ਜਿਹੜਾ ਹੈਗਾ ਇਹ ਪਿਛਲੇ ਲੰਬੇ ਸਮੇਂ ਤੋਂ ਬਣਿਆ ਹੋਇਆ ਸੀ।
ਇਹ ਸਭ ਤੋਂ ਪਹਿਲਾਂ ਜਿਹੜਾ ਸੀ ਦੇਸ਼ ਧਰੋਹ ਕਾਨੂੰਨ ਦੀ ਜਿਹੜੀ ਧਾਰਾ ਹੈ ਉਹ ਸਾਲ 1862 ਵਿੱਚ ਜਿਹੜਾ ਕਾਨੂੰਨ ਸਾਡਾ ਬਣਿਆ ਸੀ, ਉਸ ਸਮੇਂ ਇਹ ਧਾਰਾ ਇਸ ਦਾ ਹਿੱਸਾ ਨਹੀਂ ਹੁੰਦੀ ਸੀ, ਇਸ ਦਾ ਕੋਈ ਪਾਰਟ ਨਹੀਂ ਹੁੰਦੀ ਸੀ। ਪਰ 1870 ਦੇ ਵਿੱਚ ਜਾ ਕੇ ਦੇਸ਼ ਧਰੋਹ ਕਾਨੂੰਨ ਦੀ ਧਾਰਾ ਨੂੰ IPC ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਉੱਥੇ 1898 ਵਿੱਚ ਇਸ ਦਾ ਘੇਰਾ ਹੋਰ ਵਧਾ ਦਿੱਤਾ ਗਿਆ, ਜਿਸ ਨਾਲ ਆਜ਼ਾਦੀ ਦੇ ਸੰਘਰਸ਼ ਨੂੰ ਕਿਸੇ ਨਾ ਕਿਸੇ ਢੰਗ ਨਾਲ ਢਾਹ ਲਾਈ ਜਾ ਸਕੇ। ਕਿਉਂਕਿ 1898 ਦੀ ਗੱਲ ਹੋ ਰਹੀ ਹੈ, ਉਸ ਸਮੇਂ 1895 ਤੋਂ ਬਾਅਦ ਦੇਸ਼ ਦੇ ਵਿੱਚ ਆਜ਼ਾਦੀ ਦੀ ਇੱਕ ਮੂਵਮੈਂਟ ਚੱਲਣੀ ਸ਼ੁਰੂ ਹੋ ਗਈ। ਇਸ ਤਾਂ ਅੰਗਰੇਜ਼ਾਂ ਵੱਲੋਂ ਉਸ ਨੂੰ ਦਬਾਉਣ ਲਈ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਸੀ, ਤਰ੍ਹਾਂ ਦੀ ਸ਼ਕਤੀਆਂ ਆਪਣੀਆਂ ਵਰਤੋਂ ਕੀਤੀਆਂ ਜਾ ਰਹੀਆਂ ਸੀ। ਅਤੇ ਉਸੇ ਤਹਿਤ 1898 'ਚ ਦੇਸ਼ ਧਰੋਹ ਦੀ ਧਾਰਾ ਦਾ ਘੇਰਾ ਵਧਾ ਦਿੱਤਾ ਗਿਆ ਸੀਗਾ। ਅਤੇ ਉੱਥੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤਾਰਾ ਸਿੰਘ ਗੋਪੀਚੰਦ ਬਨਾਮ ਸਟੇਟ ਇੱਕ 1951 ਦੀ ਜੱਜਮੈਂਟ ਹੈ, ਇਹ ਕੇਸ ਹੈ। ਉਸ 'ਚ IPC ਦੀ ਧਾਰਾ 124A, ਜੋ ਕਿ ਇਹ ਦੇਸ਼ ਧਰੋਹ ਦੀ ਧਾਰਾ 124A IPC ਦੇ ਵਿੱਚ ਹੈ, ਤਾਂ ਉਸ ਨੂੰ ਅਸੰਵਿਧਾਨਕ ਵੀ ਕਰਾਰ ਦੇ ਦਿੱਤਾ ਸੀ। ਪਰ ਇਸ ਮਾਮਲੇ ਦੀ ਸੁਣਵਾਈ ਚੱਲਦਿਆਂ 1962 'ਚ ਜਾ ਕੇ ਸੁਪਰੀਮ ਕੋਰਟ ਨੇ ਫਿਰ ਇਸ ਨੂੰ ਬਹਾਲ ਕਰ ਦਿੱਤਾ ਸੀਗਾ। ਅਤੇ ਉਸੇ ਦਿਨ ਤੋਂ ਲਗਾਤਾਰ ਇਸ ਦੀ ਦੇਸ਼ ਭਰ ਦੇ ਵਿੱਚ ਜ਼ੋਰ ਸ਼ੋਰ ਨਾਲ ਵਰਤੋਂ ਹੋ ਰਹੀ ਹੈ। ਦੇਸ਼ ਧਰੋਹ ਦੀ ਸਾਡੇ ਵੱਡੀ ਗਿਣਤੀ 'ਚ ਲੋਕਾਂ ਵਿਰੁੱਧ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਗਏ ਨੇ। ਜੇ ਗੱਲ ਕਰੀਏ ਤਾਂ 2014 ਤੋਂ ਬਾਅਦ ਇਸ ਕਾਨੂੰਨ ਦੀ ਵਰਤੋਂ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਕੀਤੀ ਗਈ ਹੈ, ਕਿਉਂ ਜਿਸ ਦਿਨ ਤੋਂ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਸਰਕਾਰ ਆਈ ਹੈ, ਤਾਂ ਉਹਨਾਂ ਨੇ ਇਸ ਕਾਨੂੰਨ ਦੀ ਬਹੁਤ ਵਰਤੋਂ ਕਰੀ ਹੈ। ਵੱਡੀ ਗਿਣਤੀ 'ਚ ਜੇ ਦੇਖੀਏ ਤਾਂ ਸਮਾਜਿਕ ਕਾਰਕੁਨ, ਚਿੰਤਕ, ਪੱਤਰਕਾਰ, ਕਲਾਕਾਰ, ਕਿਸੇ ਨੂੰ ਨਹੀਂ ਬਖਸ਼ਿਆ ਗਿਆ। ਨਾ ਤਾਂ ਉਮਰ ਦਾ ਲਿਹਾਜ਼ ਰੱਖਿਆ ਗਿਆ, ਨਾ ਅਹੁਦੇ ਦਾ ਲਿਹਾਜ਼ ਰੱਖਿਆ ਗਿਆ। ਬਸ ਪਰਚੇ ਦੇ ਕੇ ਕੇਸ ਦਰਜ ਕਰਕੇ ਜੇਲ੍ਹਾਂ 'ਚ ਡੱਕਣ ਦਾ ਕੰਮ ਕੀਤਾ। ਤਾਂ ਇਸ ਕਾਨੂੰਨ ਦੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕਹਿ ਲਓ ਦੁਰਵਰਤੋਂ ਇੱਕ ਤਰ੍ਹਾਂ ਦੀ ਹੋ ਰਹੀ ਹੈ। ਅਤੇ ਉਸ ਦੇ ਨਾਲ ਹੀ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਇਸ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ। ਭਾਵੇਂ ਕਿ ਭਾਜਪਾ ਇਹ ਕਹਿ ਲਓ ਜਾਂ ਕੇਂਦਰ ਸਰਕਾਰ ਕਹਿ ਲਈਏ, ਇਸ ਸਮੇਂ ਇਸ ਕਾਨੂੰਨ ਨੂੰ ਖਤਮ ਕਰਨ ਦੇ ਨਾਮ 'ਤੇ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਕਾਨੂੰਨ ਨੂੰ ਭਾਵੇਂ ਖਾਰਜ ਤਾਂ ਕੀਤਾ ਜਾ ਰਿਹਾ, ਪਰ ਪ੍ਰਭੂ ਸੱਤਾ, ਏਕਤਾ, ਅਖੰਡਤਾ ਲਈ ਹੋਰ ਇਸ ਤਰ੍ਹਾਂ ਦੀਆਂ ਧਾਰਾਵਾਂ ਨੂੰ ਵੀ ਪ੍ਰਭੂ ਸੱਤਾ, ਏਕਤਾ, ਅਖੰਡਤਾ ਲਈ ਹੋਰ ਖਤਰੇ ਵਾਲੀਆਂ ਧਾਰਾਵਾਂ ਮੰਨੀਆਂ ਜਾਂਦੀਆਂ ਨੇ, ਉਹਨਾਂ ਨੂੰ ਇਸ ਦੇ ਵਿੱਚ ਸਜ਼ਾ ਦੇਣ ਵਾਲਿਆਂ ਦੇ ਧਾਰਾਵਾਂ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਸ ਨੂੰ ਹੋਰ ਸਖਤ ਕੀਤਾ ਜਾ ਰਿਹਾ, ਉਸ ਦਾ ਘੇਰਾ ਹੋਰ ਵਧਾਇਆ ਜਾ ਰਿਹਾ। ਤਾਂ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਭਾਵੇਂ ਦੇਸ਼ ਧਰੋਹ ਦਾ ਕਾਨੂੰਨ ਇੱਕ ਵਾਰ ਖਤਮ ਕਰਕੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਇਹੋ ਜਿਹੇ ਮਾਮਲਿਆਂ 'ਚ ਇਸ ਦਾ ਘੇਰਾ ਹੋਰ ਵਧਾਇਆ ਜਾ ਰਿਹਾ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਸਾਡੇ ਸਿਆਸੀ ਮਾਹਰ ਵੀ ਇਸ ਗੱਲ ਨੂੰ ਮੰਨ ਰਹੇ ਨੇ ਵੀ ਜੋ ਇਸ ਦੇਸ਼ ਧਰੋਹ ਦੀ ਧਾਰਾ ਦੇ ਨਾਲ ਖਿਲਵਾੜ ਕਹਿ ਲਈਏ ਕੀਤਾ ਜਾ ਰਿਹਾ, ਛੇੜਛਾੜ ਕਰਕੇ ਇਸ ਦਾ ਹੋਰ ਘੇਰਾ ਇੱਕ ਤਰ੍ਹਾਂ ਗੁਪਤ ਢੰਗ ਨਾਲ ਵਧਾਇਆ ਜਾ ਰਿਹਾ। ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਖਤਰੇ ਦੀ ਘੰਟੀ ਬਣ ਸਕਦੀ ਹੈ। ਹੋਰ ਵੱਡੀ ਗਿਣਤੀ 'ਚ ਲੋਕਾਂ ਲਈ ਘਾਤਕ ਸਾਬਿਤ ਹੋ ਸਕਦਾ। ਇਸ ਲਈ ਸਭ ਤੋਂ ਪਹਿਲਾਂ ਤਾਂ ਲੋੜ ਇਹੀ ਹੈ ਵੀ ਕਿ ਕੇਂਦਰ ਸਰਕਾਰ ਵੱਲੋਂ ਇਸ ਤਿੰਨੋਂ ਬਿੱਲਾਂ 'ਤੇ ਲੋਕ ਸਭਾ ਦੇ ਵਿੱਚ ਕੋਈ ਬਹੁਤੀ ਬਹਿਸ ਨਹੀਂ ਕਰਵਾਈ ਗਈ, ਕਿਉਂਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਤਿੰਨੋਂ ਬਿੱਲ ਪੇਸ਼ ਕੀਤੇ ਤਾਂ ਉਸ ਸਮੇਂ ਤਾਂ ਵਿਰੋਧੀ ਧਿਰ ਵਾਕਆਊਟ ਹੀ ਕਰ ਚੁੱਕਾ ਸੀਗਾ, ਕੋਈ ਬਹੁਤੇ ਆਗੂ ਬੈਠੇ ਨਹੀਂ ਸੀਗੇ। ਤਾਂ ਇਸ ਤਿੰਨੋਂ ਬਿੱਲਾਂ 'ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋ ਸਕਿਆ, ਜਦੋਂ ਕਿ ਪਹਿਲਾਂ ਤਾਂ ਵਿਰੋਧੀ ਧਿਰ ਨੂੰ ਵੀ ਚਾਹੀਦਾ ਸੀ ਵੀ ਸਿੰਬੋਲਿਕ ਵਾਕਆਊਟ ਤਾਂ ਠੀਕ ਹੈ ਵੀ ਕਰਨੇ ਚਾਹੀਦੇ ਨੇ, ਪਰ ਪੱਕਾ ਵਾਕਆਊਟ ਕਰਕੇ ਤੁਸੀਂ ਸੰਸਦ ਤੋਂ ਹੀ ਬਾਹਰ ਚਲੇ ਜਾਓ, ਉਹ ਕੋਈ ਚੰਗੀ ਗੱਲ ਨਹੀਂ ਹੈ। ਉਸ ਨਾਲ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਆ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਕਰਦੀ ਰਹਿੰਦੀ ਹੈ, ਤਾਂ ਇਹ ਕੋਈ ਵਧੀਆ ਗੱਲ ਨਹੀਂ ਹੈ। ਇਸ ਲਈ ਲੋੜ ਪਹਿਲਾਂ ਤਾਂ ਇਹੀ ਸੀ ਵੀ ਵਿੱਚ ਉਹ ਸੰਸਦ ਦੇ ਬੈਠਦੇ, ਇਸ 'ਤੇ ਵਿਚਾਰ ਚਰਚਾ ਕਰਦੇ। ਜਿਵੇਂ ਕਿ ਦਿੱਲੀ ਬਾਰੇ ਬਿੱਲ ਸੀਗਾ, ਉਸ 'ਤੇ ਵਿਰੋਧੀ ਧਿਰ ਵੱਲੋਂ ਜ਼ੋਰ ਸ਼ੋਰ ਨਾਲ ਬਹਿਸ ਕੀਤੀ ਗਈ, ਤੱਥ ਰੱਖੇ ਗਏ, ਪੂਰੀ ਇੱਕ ਦੂਜੇ ਦੇ ਆਮੋ ਸਾਹਮਣੇ ਬਹਿਸ ਦੇਖਣ ਨੂੰ ਮਿਲੀ ਹੈ। ਪਰ ਜਦੋਂ ਇਹ ਤਿੰਨੋਂ ਬਿੱਲ ਮੁੱਖ ਤੌਰ 'ਤੇ ਦੇਸ਼ ਧਰੋਹ ਨਾਲ ਸੰਬੰਧਿਤ ਕਾਨੂੰਨ ਬਾਰੇ ਚਰਚਾ ਹੋਈ, IPC ਬਾਰੇ ਚਰਚਾ ਹੋਈ, ਤਾਂ ਉੱਥੇ ਕੋਈ ਵਿਚਾਰ ਚਰਚਾ ਕਰਨ ਨੂੰ ਹੀ ਨਹੀਂ ਸੀਗਾ। ਉੱਥੇ ਕੋਈ ਇਸ ਦੀ ਵਿਰੋਧਤਾ ਕਰਕੇ ਪੱਖ ਰੱਖਣ ਵਾਲਾ ਬੰਦਾ ਹੀ ਕੋਈ ਨਹੀਂ ਸੀਗਾ। ਇਸ ਲਈ ਸਭ ਤੋਂ ਪਹਿਲਾਂ ਤਾਂ ਲੋੜ ਹੈ ਵੀ ਕਿ ਸੰਸਦ ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਉਸ ਕੋਲ ਭੇਜ ਦਿੱਤਾ ਗਿਆ
ਉੱਥੇ ਵਿਚਾਰ ਚਰਚਾ ਹੋਵੇਗੀ। ਤਾਂ ਇਸ ਤੋਂ ਪਹਿਲਾਂ ਤਿੰਨੋਂ ਬਿੱਲਾਂ 'ਤੇ ਜਿਹੜਾ ਹੈਗਾ ਵਿਚਾਰ ਚਰਚਾ ਦੀ ਲੋੜ ਹੈ। ਕੋਈ ਛੋਟੀ ਮੋਟੀ ਨਹੀਂ, ਲੰਬੀ ਵਿਚਾਰ ਚਰਚਾ ਚੱਲਣੀ ਚਾਹੀਦੀ ਹੈ, ਜਿੱਥੇ ਕਿ ਸੱਤਾਧਾਰੀ ਧਿਰ ਦੇ ਆਗੂ ਵੀ ਹੋਣ, ਵਿਰੋਧੀ ਧਿਰ ਦੇ ਆਗੂ ਵੀ ਹੋਣ, ਉਹ ਇਸ ਨੂੰ ਸਟੱਡੀ ਕਰਕੇ ਇਸ 'ਤੇ ਬਹਿਸ ਕਰਨ, ਕਿਉਂਕਿ ਸੰਸਦ ਦੇ ਵਿੱਚ ਵੱਡੀ ਗਿਣਤੀ 'ਚ ਕਾਨੂੰਨੀ ਮਾਹਰ, ਸਾਡੇ ਐਡਵੋਕੇਟ ਕਹਿ ਲਓ, ਉਹ ਸ਼ਾਮਲ ਨੇ, ਜਿਨ੍ਹਾਂ ਨੂੰ ਇਹਨਾਂ ਕਾਨੂੰਨਾਂ ਦਾ ਜ਼ਿਆਦਾ ਭੇਤ ਹੈ। ਤਾਂ ਉਹਨਾਂ ਨੂੰ ਇਸ 'ਤੇ ਜ਼ਰੂਰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਆਪਣੇ ਆਪਣੇ ਪੱਖ ਰੱਖਣੇ ਚਾਹੀਦੇ ਆ ਕਿ ਵਾਕਈ ਇਹ ਲੋਕਾਂ ਲਈ ਲਾਹੇਵੰਦ ਰਹੇਗਾ ਕਿ ਹੋਰ ਘਾਤਕ ਬਣ ਸਕਦਾ। ਅਤੇ ਇਹ ਇੱਕ ਸੋਚਣ ਦੀ ਗੱਲ ਹੈ। ਜੇ ਅਸੀਂ ਦੂਜੀ ਗੱਲ ਕਰੀਏ ਤਾਂ ਸਰਕਾਰ ਦੇ ਨਜ਼ਰੀਏ 'ਚ ਵੀ ਕੁਝ ਸਮਝ ਨਹੀਂ ਆ ਰਿਹਾ ਸਰਕਾਰ ਕਰ ਕੀ ਰਹੀ ਹੈ, ਕਿਉਂਕਿ ਪਿਛਲਾ ਲਾਅ ਕਮਿਸ਼ਨ ਜਿਹੜਾ ਸੀਗਾ ਉਸ ਵੱਲੋਂ ਇਸ ਕਾਨੂੰਨ ਨੂੰ ਖ਼ਤਮ ਕਰਨ ਦੀ ਜਿਹੜਾ ਹੈਗਾ ਮੰਗ ਕੀਤੀ ਗਈ ਸੀ, ਸਿਫਾਰਿਸ਼ ਕੀਤੀ ਗਈ ਸੀ ਵੀ ਕਿ ਇਸ ਨੂੰ ਜਿਹੜਾ ਹੈਗਾ ਖ਼ਤਮ ਕਰ ਦੇਣਾ ਚਾਹੀਦਾ ਦੇਸ਼ ਧਰੋਹ ਵਾਲੀ ਧਾਰਾ ਨੂੰ। ਪਰ ਦੂਜੇ ਪਾਸੇ ਜਿਹੜਾ ਹੈਗਾ ਮੌਜੂਦਾ ਜਿਹੜਾ ਲਾਅ ਕਮਿਸ਼ਨ ਹੈ, ਕਾਨੂੰਨ ਕਮਿਸ਼ਨ ਹੈ, ਉਸ ਦੀ ਸੋਚ, ਉਸ ਦੀ ਦ੍ਰਿਸ਼ਟੀ ਬਿਲਕੁਲ ਹੀ ਉਲਟ ਹੈ। ਉਹ ਇਸ ਨੂੰ ਹੋਰ ਸਖਤ ਕਰਨ ਦੀਆਂ ਮੰਗਾਂ ਕਰਦਾ ਰਿਹਾ, ਉਹ ਤਾਂ ਹੋਰ ਸਿਫਾਰਿਸ਼ ਕਰਦਾ ਰਿਹਾ ਵੀ ਕਿ ਇਸ ਨੂੰ ਹੋਰ ਮਜ਼ਬੂਤ ਕਰ ਦੇਣਾ ਚਾਹੀਦਾ। ਪਰ ਇਹ ਜਿਹੜਾ ਖ਼ਤਮ ਕੀਤਾ ਜਾ ਰਿਹਾ, ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ IPC ਦੇ ਵਿੱਚੋਂ ਇੱਕ ਧਾਰਾ ਤਾਂ ਤੁਸੀਂ ਖ਼ਤਮ ਕਰ ਰਹੇ ਹੋ, ਠੀਕ ਹੈ, ਪਰ ਇੱਕ ਧਾਰਾ ਖ਼ਤਮ ਕਰਨ ਦੇ ਚੱਕਰ 'ਚ ਜਿਹੜੀਆਂ ਹੋਰ ਕਈ ਧਾਰਾਵਾਂ ਤੁਸੀਂ ਲੈ ਕੇ ਆ ਰਹੇ ਹੋ ਜਾਂ ਉਸ ਨੂੰ ਅਮੈਂਡਮੈਂਟ ਕਰ ਰਹੇ ਹੋ, ਉਹ ਇੱਕ ਸੋਚਣ ਵਾਲਾ ਵਿਸ਼ਾ। ਇਸ ਲਈ ਲੋੜ ਇਹੀ ਹੈ ਵੀ ਕਿ ਇਸ ਕਾਨੂੰਨ ਬਾਰੇ ਵੀ ਜਿਹੜਾ ਹੈਗਾ ਸੰਸਦ ਦੇ ਵਿੱਚ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ, ਕਿਉਂਕਿ IPC ਜੋ ਕਿ ਇੱਕ ਬਹੁਤ ਪੁਰਾਣਾ ਜਿਹੜਾ ਹੈਗਾ ਇੰਡੀਅਨ ਪੀਨਲ ਕੋਡ ਹੈ, ਜਿਸ ਦੇ ਆਧਾਰ 'ਤੇ ਦੇਸ਼ ਭਰ ਦੇ ਵਿੱਚ ਕੇਸ ਦਰਜ ਹੁੰਦੇ ਨੇ, ਸਾਡੀ ਕਾਨੂੰਨੀ ਪ੍ਰਕਿਰਿਆ ਉਸ 'ਤੇ ਚੱਲਦੀ ਹੈ। ਅਤੇ ਉਸ ਨੂੰ ਜਦੋਂ ਅਸੀਂ ਉਸ 'ਚ ਅਮੈਂਡਮੈਂਟ ਕਰ ਰਹੇ ਹਾਂ, ਉਸ ਤੋਂ ਬਦਲਾਅ ਉਸ 'ਚ ਕਰ ਰਹੇ ਹਾਂ, ਤਾਂ ਜ਼ਰੂਰਤ ਹੈ ਉਸ 'ਤੇ ਖੁੱਲ੍ਹੀ ਬਹਿਸ ਕੀਤੀ ਜਾਵੇ, ਵਿਚਾਰ ਚਰਚਾ ਕੀਤੀ ਜਾਵੇ, ਸਾਰਿਆਂ ਨੂੰ ਉਸ 'ਤੇ ਆਪਣਾ ਪੱਖ ਰੱਖਣਾ ਚਾਹੀਦਾ, ਤਾਂ ਜੋ ਜਿਹੜਾ ਹੈਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ, ਸਭ ਦੇ ਸਾਹਮਣੇ ਅਸਲ ਸਥਿਤੀ ਸਪਸ਼ਟ ਹੋ ਸਕੇ। ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ, ਨਾ ਹੀ ਵਿਰੋਧੀ ਧਿਰ ਇਸ ਬਾਰੇ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਹੈ। ਪਰ ਹਾਲੇ ਦੂਜੇ ਪਾਸੇ ਸਾਡੇ ਕਾਨੂੰਨੀ ਮਾਹਰ ਜਿੰਨੇ ਵੀ ਨੇ, ਉਹ ਇਹ ਗੱਲ ਮੰਨ ਰਹੇ ਨੇ ਵੀ ਕਿਆ ਹਾਲੇ ਇਹਨਾਂ ਤਿੰਨੋਂ ਬਿੱਲਾਂ ਨੂੰ ਲੈ ਕੇ ਕੋਈ ਨਾ ਕੋਈ ਕਨਫਿਊਜ਼ਨ ਜਾਂ ਦਿਖਾਈ ਦੇ ਰਹੀ ਹੈ, ਹਾਲੇ ਸਥਿਤੀ ਸਪਸ਼ਟ ਨਹੀਂ ਹੋ ਰਹੀ। ਤਾਂ ਉਹਨਾਂ ਦੀ ਮੰਗ ਇਹ ਵੀ ਹੈ ਵੀ ਕਿ ਇਸ ਨੂੰ ਜਿਹੜਾ ਹੈਗਾ ਇਸ 'ਤੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਹ ਤਦੀ ਹੋਵੇਗੀ ਜੇ ਇਸ 'ਤੇ ਬਹਿਸ ਕਰਵਾਈ ਜਾਵੇਗੀ ਅਤੇ ਸਾਰੇ ਰਲ ਮਿਲ ਕੇ ਆਪਣੇ ਆਪਣੇ ਵਿਚਾਰ ਰੱਖਣਗੇ, ਸਾਰਾ ਕੁਝ ਕਰਨਗੇ, ਅਤੇ ਉਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ। ਦੇਖਣਾ ਹੁਣ ਇਹੀ ਹੋਵੇਗਾ ਕੇਂਦਰ ਸਰਕਾਰ ਕਦੋਂ ਇਸ 'ਤੇ ਬਹਿਸ ਕਰਵਾਉਂਦੀ ਹੈ ਜਾਂ ਕਦੋਂ ਸਾਰੇ ਸੰਸਦ ਮੈਂਬਰ ਇਸ 'ਤੇ ਆਪਣਾ ਪੱਖ ਰੱਖਦੇ ਨੇ, ਤਾਂ ਜੋ ਇਸ ਦੀ ਕਿੰਨਾ ਕੁ ਲਾਭ, ਕਿੰਨੀ ਕੁ ਹਾਨੀ ਹੋਵੇਗੀ, ਉਹ ਸਭ ਨੂੰ ਪਤਾ ਲੱਗ ਸਕੇ। ਅਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕਿ ਇਹ ਕਿੰਨਾ ਜੋ ਸਰਕਾਰ ਦੇ ਦਾਅਵੇ ਨੇ ਉਹਨਾਂ 'ਚ ਕਿੰਨੀ ਕੁ ਸੱਚਾਈ ਹੈ। ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ, ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਫਿਰ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।